ਆਵਾਜ਼ੇ ਪੰਜਾਬ ਦੇਖ ਰਹੇ ਹੋ ਜੀ ਤੁਸੀਂ। ਮੈਂ ਬੋਨੀ ਬਿੰਦਰਾ। ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਧਮਾਕਾ ਉਦੋਂ ਹੋ ਗਿਆ ਜਦੋਂ ਕਿ ਇੱਕ ਪਟੀਸ਼ਨ ਪਾਈ ਗਈ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾਣਾ ਕੋਲੇ, ਉਹਨਾਂ ਕੋਲੇ ਇੱਕ ਸ਼ਿਕਾਇਤ ਗਈ ਹੈ ਜਿਹਦੇ ਵਿੱਚ ਕਿ ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਦੌਰਾਨ ਵਿਧਾਨ ਸਭਾ ਦੇ ਵਿੱਚ ਹੋਈਆਂ ਨਿਯੁਕਤੀਆਂ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਘਪਲਾ ਹੋਇਆ। ਕਹਿੰਦੇ ਉਹਦੇ ਵਿੱਚ ਜਿਹੜਾ ਉਹਨਾਂ ਦੀ ਕਾਬਲੀਅਤ ਦੇ ਆਧਾਰ 'ਤੇ ਨਹੀਂ ਬਲਕਿ ਉਹਨਾਂ ਦੇ ਇਸ ਆਧਾਰ ਦੇ ਉੱਤੇ ਉਹਨਾਂ ਦੀਆਂ ਭਰਤੀਆਂ ਕੀਤੀਆਂ ਗਈਆਂ ਨੇ ਕਿ ਜਾਂ ਤਾਂ ਉਹ ਕਿਸੇ ਦੇ ਭਤੀਜੇ ਨੇ, ਚਾਚੇ ਨੇ, ਜਾਂ ਉਹਨਾਂ ਨੇ ਕਿਸੇ ਮੰਤਰੀ ਨੂੰ ਸਾਂਝਗਾਠ ਹੈ ਜਿਹੜੀ ਕੀਤੀ ਹੈ ਅਤੇ 150 ਦੀ ਪੱਤੀ ਕਿਸੇ ਨੂੰ ਫੜਾਈ ਹੈ। ਹੁਣ ਇਹਦੇ ਵਿੱਚ ਕਿੰਨਾ ਸੱਚ ਹੈ ਅਤੇ ਕਿਹੜੇ ਕਿਹੜੇ ਮੰਤਰੀ ਨੇ ਜਿਹੜੇ ਇਹਦੇ ਵਿੱਚ ਪਲੀਤ ਨੇ ਅਤੇ ਕਿਹਨਾਂ ਦੇ ਉੱਤੇ ਇਸ ਸਾਰੀ ਜਿਹੜੀ ਗੱਲਬਾਤ ਹੈ ਉਹਦੀ ਗਾਜ ਗਿਰ ਸਕਦੀ ਹੈ। ਇਸ ਪੂਰੀ ਗੱਲਬਾਤ 'ਤੇ ਚਰਚਾ ਕਰਨ ਦੇ ਲਈ ਸ਼ਾਮ ਦੇ ਸ਼ੋਅ ਵਿੱਚ ਸਾਡੇ ਨਾਲ ਹਾਜ਼ਰ ਨੇ ਸਰਦਾਰ ਕੁਲਵੰਤ ਸਿੰਘ ਜੀ। ਪਹਿਲਾਂ ਉਹਨਾਂ ਦਾ ਕਰ ਲੈਂਦੇ ਹਾਂ ਸਵਾਗਤ, ਫਿਰ ਉਹਨਾਂ ਦੇ ਲਵਾਂਗੇ ਇਸ ਮਾਮਲੇ ਦੇ ਉੱਤੇ ਪੂਰੇ ਵਿਚਾਰ। ਕੁਲਵੰਤ ਜੀ ਬਹੁਤ ਸਵਾਗਤ ਜੀ। ਬਹੁਤ ਧੰਨਵਾਦ ਜੀ। ਕੁਲਵੰਤ ਜੀ, ਕੀ ਆ ਪੂਰਾ ਮਾਮਲਾ? ਇਹ ਕਹਿੰਦੇ ਇਸ ਵਾਰੀ ਹੁਣ ਨਵਾਂ ਭੰਬਲ ਭੂਸਾ ਨਿਕਲ ਕੇ ਸਾਹਮਣੇ ਆ ਗਿਆ। ਕਹਿੰਦੇ ਵੀ ਜਿਹੜੀਆਂ ਭਰਤੀਆਂ ਇੱਥੇ ਹੋਈਆਂ ਵਿਧਾਨ ਸਭਾ ਦੇ ਵਿੱਚ ਜਿੱਥੋਂ ਮੰਨਿਆ ਜਾਂਦਾ ਕਿ ਕਾਨੂੰਨ ਬਣ ਕੇ ਨਿਕਲਣਗੇ ਅਤੇ ਜਿਹੜੇ ਪੰਜਾਬ ਨੂੰ ਸੇਧ ਦੇਣਗੇ, ਜੇ ਉਹ ਆਪ ਹੀ ਡਿਰੇਲ ਹੋਏ ਪਏ ਨੇ ਤਾਂ ਜੇਕਰ ਜਿਹੜੇ ਕਿ ਆਰੋਪ ਲੱਗ ਰਹੇ ਨੇ ਉਹ ਸੱਚ ਨੇ ਤਾਂ ਇੱਕ ਕਾਲਾ ਦਿਨ ਹੋਏਗਾ ਪੰਜਾਬ ਦੇ ਇਤਿਹਾਸ ਲਈ। ਬਿਲਕੁਲ ਜੀ, ਜੇ ਇਹ ਦੋਸ਼ ਜਿਹੜੇ ਲਾਏ ਗਏ ਨੇ, ਭਰਤੀ ਘੁਟਾਲੇ ਦੇ ਦੋਸ਼ ਲਾਏ ਗਏ ਨੇ, ਜੇ ਉਹ ਸੱਚ ਨੇ ਤਾਂ ਇੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਪੰਨਾ ਹੋਰ ਜੁੜ ਜਾਏਗਾ। ਅਤੇ ਇਹਦੇ ਕਾਲੇ ਪੰਨੇ ਦੇ ਵਿੱਚ ਜੇਕਰ ਜਿਹੜੇ ਦੋਸ਼ ਸੱਚ ਲਾਏ ਪਏ ਨੇ ਅਤੇ ਜਿਨ੍ਹਾਂ ਲੋਕਾਂ ਦੇ ਲਾਏ ਪਏ ਨੇ ਦੋਸ਼, ਜੇ ਉਹ ਵੀ ਸੱਚ ਨਿਕਲ ਗਏ ਤਾਂ ਉਹ ਇੱਕ ਹੋਰ ਬਹੁਤ ਵੱਡਾ ਜਿਹੜਾ ਇੱਕ ਮਾੜੀ ਘਟਨਾ ਹੋਏਗੀ। ਇਤਿਹਾਸ ਦੇ ਵਿੱਚ ਜਿਹੜਾ ਪੰਨਾ ਹੋਏਗਾ ਉਹ ਇੱਕ ਬਹੁਤ ਸਿਆਹ ਕਾਲਾ ਪੰਨਾ ਹੋਏਗਾ। ਇਹ ਭਰਤੀ ਘੁਟਾਲਾ ਹੋਇਆ ਜੀ 117 ਦੇ ਕਰੀਬ। ਇਹਦੇ 'ਚ ਕਿਹਾ ਜਾਂਦੇ ਨੇ ਵੀ ਟੋਟਲ ਜਿਹੜੇ ਨੇ ਉਹ ਅਧਿਕਾਰੀ ਅਤੇ ਕਰਮਚਾਰੀ ਅਤੇ ਕਲਰਕ ਵਗੈਰਾ ਜਿੰਨੇ ਵੀ ਸੀ ਉਹ ਰੱਖੇ ਗਏ ਸੀਗੇ। ਅਤੇ ਇਹਦੇ ਵਿੱਚ ਸਿਆਹ ਕਾਲਾ ਪੰਨਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੇ ਦੋਸ਼ ਲੱਗ ਰਹੇ ਨੇ ਅਤੇ ਜਿਹੜੇ ਨਾਮ ਨਿਕਲ ਕੇ ਸਾਹਮਣੇ ਆਏ ਨੇ ਅਤੇ ਜਿਹੜੀਆਂ ਸਿਫਾਰਸ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ, ਉਹ ਸਿਫਾਰਸ਼ਾਂ ਦੇ ਵਿੱਚੋਂ ਜ਼ਿਆਦਾਤਰ ਉਹ ਸਿਫਾਰਸ਼ਾਂ ਨੇ ਜਿਹਦੇ ਵਿੱਚ ਨਾਮ ਜਿਹੜਾ ਸਿਫਾਰਸ਼ਕਰਤਾ ਦਾ ਆ ਰਿਹਾ ਉਹ ਆ ਰਿਹਾ ਹੈ ਰਾਣਾ ਕੇਪੀ ਦਾ। ਰਾਣਾ ਕੇਪੀ ਜਿਹੜੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਹਿ ਚੁੱਕੇ ਨੇ। ਕਾਂਗਰਸ ਦੇ ਵੇਲੇ 2017 ਤੋਂ ਲੈ ਕੇ 2022 ਤੱਕ ਦੀ ਵਿਧਾਨ ਸਭਾ ਦੇ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਸੀਗੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਹੋਣਾ ਦੀ, ਉਸ ਦੌਰਾਨ ਜਿਹੜਾ ਇਹ ਭਰਤੀ ਘੁਟਾਲਾ ਨਿਕਲ ਕੇ ਆਇਆ ਸੀ ਉਹਦੇ 'ਚ ਜ਼ਿਆਦਾਤਰ ਜਿਹੜੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਸੀ ਭਰਤੀ ਕਰਨ ਵਾਲਿਆਂ ਦੀਆਂ, ਉਹ ਸਿਫਾਰਸ਼ਾਂ ਦੇ ਵਿੱਚ ਜਿਹੜਾ ਨਾਮ ਹੈ ਸਿਫਾਰਸ਼ਕਰਤਾ ਦਾ ਉਹਦੇ ਵਿੱਚ ਰਾਣਾ ਕੇਪੀ, ਮਨਪ੍ਰੀਤ ਸਿੰਘ ਬਾਦਲ, ਇੱਕ ਦਾ ਨਾਮ ਜਿਹੜਾ ਇੱਕ ਅੱਧੇ ਮੁਲਾਜ਼ਮ ਵਾਸਤੇ ਆਇਆ ਬ੍ਰਹਮਿੰਦਰਾ ਦਾ ਵੀ, ਅਤੇ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਦਾ ਵੀ ਆਇਆ ਅਤੇ ਪੰਜਾਬ ਦੇ ਡਿਪਟੀ ਸਪੀਕਰ ਦਾ ਵੀ ਆਇਆ ਹੈਗਾ। ਅਤੇ ਇਹ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਘਟਨਾ ਹੋਏਗੀ ਜੇਕਰ ਇਹ ਵਾਕਈ ਹੀ ਇਹਦੇ ਵਿੱਚ ਕੋਈ ਸੱਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ। ਹਾਲੇ ਇਹ ਸ਼ੁਰੂਆਤੀ ਦੌਰ ਦੇ ਵਿੱਚ ਆ ਅਤੇ ਜਿਹੜੇ ਮੁਲਾਜ਼ਮ ਜਿਹੜੇ ਅਧਿਕਾਰੀ ਅਤੇ ਜਿਹੜੇ ਇਹਦੇ 'ਚ ਕਲਰਕ ਵਗੈਰਾ ਜੋ ਵੀ ਭਰਤੀ ਕੀਤੇ ਗਏ ਨੇ, ਉਹ ਸਾਰੇ ਦੇ ਸਾਰੇ ਸਪਸ਼ਟ ਤੌਰ ਦੇ ਉੱਤੇ ਪਿੱਛੇ ਜਿਹਦੇ ਭਰਤੀ ਦੇ ਵਿੱਚ ਜਿਨ੍ਹਾਂ ਦੀ ਭਰਤੀ ਕੀਤੀ ਗਈ ਉਹਨਾਂ ਦੇ ਪਿੱਛੇ ਲਿਖਿਆ ਗਿਆ ਕਿ ਇਹਨੂੰ ਕਿਹਦੀ ਸਿਫਾਰਿਸ਼ ਨਾਲ ਕਿਹੜੇ ਅਹੁਦੇ 'ਤੇ ਭਰਤੀ ਕੀਤਾ ਗਿਆ ਅਤੇ ਉਹ ਕਿਹਦਾ ਰਿਸ਼ਤੇਦਾਰ ਸੀ ਜਾਂ ਕਿਹਦਾ ਮੁੰਡਾ ਸੀ ਜਾਂ ਕਿਹਦਾ ਰਿਸ਼ਤੇਦਾਰ ਸੀ ਜਾਂ ਕਿਹਦੇ ਡਰਾਈਵਰ ਦਾ ਮੁੰਡਾ ਸੀ ਜਾਂ ਕਿੱਥੇ ਰਹਿੰਦਾ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਲਿਖ ਕੇ ਦਿੱਤੀਆਂ ਗਈਆਂ ਨੇ। ਮੇਰੇ ਹੱਥ ਦੇ ਵਿੱਚ ਇਸ ਵੇਲੇ ਉਹ ਲਿਸਟ ਹੈਗੀ ਆ ਜਿਹੜੀ ਕਿ ਪੰਜਾਬ ਵਿਧਾਨ ਸਭਾ ਭਰਤੀ ਘੁਟਾਲਾ ਇਹਦੇ ਵਿੱਚ ਹੈਗਾ, ਅਤੇ ਇਹ ਸਾਰੀ ਲਿਸਟ ਜਿਹੜੀ ਹੈਗੀ ਆ ਮੇਰੇ ਹੱਥ ਦੇ ਵਿੱਚ ਹੈ ਇਸ ਵੇਲੇ। ਇਹ ਲਿਸਟ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਕੁਛ ਮੈਂ ਜੇ ਪੜ੍ਹ ਕੇ ਤਾਂ ਬਹੁਤ ਲੰਬਾ ਹੋ ਜਾਏਗਾ, ਪਰ ਇਹਦੇ ਵਿੱਚ ਸਕਰੀਨ ਦੇ ਵਿੱਚ ਰੋਲ ਕਰ ਦਿਆਂਗੇ ਤਾਂ ਇਹ ਕਾਫੀ ਲੰਬਾ ਜਿਹੜਾ ਇਹਦੇ ਵਿੱਚ ਨਾਮ ਜਿਹੜੇ ਹੈਗੇ ਨੇ ਇਹਦੇ 'ਚ 100 ਅਤੇ ਕੁੱਲ ਮੈਂ ਜੇ ਦੱਸ ਦਿਆਂ ਤਾਂ ਇਹਦੇ 'ਚ ਨਾਮ ਹੈਗੇ ਨੇ ਜੀ 154 154 ਨਾਮ ਨੇ ਜੀ। 154 ਭਰਤੀਆਂ ਦੇ ਵਿੱਚ ਜਿਹੜਾ ਇਹ ਹੈਗਾ। ਹਾਲੇ ਹੋਰ ਕਿੰਨੀਆਂ ਨੇ ਇਹ ਵੀ ਅੱਗੇ ਵੇਖਣ ਵਾਲੀ ਗੱਲ ਹੋਏਗੀ। ਕੁਝ ਨੂੰ ਤਾਂ ਕਿਸੇ ਨੇੜੇ ਤੇੜੇ ਦੇ DC ਦਫ਼ਤਰਾਂ 'ਚ ਸ਼ਿਫਟ ਕਰ ਦਿੱਤਾ ਗਿਆ, ਕੁਝ ਹਾਲੇ ਉੱਥੇ ਹੀ ਸੀਗੇ, ਕੁਝ ਦਫ਼ਤਰਾਂ 'ਚ ਆਏ ਹੀ ਨਹੀਂ। ਇੱਕ ਤਾਂ ਬੰਦਾ ਅਜਿਹਾ ਸੀਗਾ ਕਿ ਜਿਹੜਾ ਪੰਜਾਬ ਵਿਧਾਨ ਸਭਾ ਦੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਜਿਹੜੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨਾਲ ਲੱਗਿਆ ਹੋਇਆ ਵੀ ਦੱਸਿਆ ਜਾਂਦਾ ਹੈ
ਕਿਸੇ ਨੂੰ ਕਿਸੇ ਨਾਲ ਲੱਗਿਆ। ਸੋ ਇਹ ਕਾਫੀ ਜਿਹੜਾ ਚਿੰਤਾਜਨਕ ਗੱਲਾਂ ਹੈਗੀਆਂ ਨੇ। ਤੇ ਇਹਦੇ 'ਚ ਬੋਨੀ ਇੱਕ ਚੀਜ਼ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਹਾਲੇ ਤੱਕ ਇਹ ਚੀਜ਼ਾਂ ਜਿਹੜੀਆਂ ਨੇ, ਕੀ ਪਤਾ ਇਹ ਪਹਿਲਾਂ ਵੀ ਹੁੰਦੀਆਂ ਹੋਣ। ਹੁਣ ਜਿਸ ਤਰ੍ਹਾਂ ਇਹ ਗੱਲਾਂ ਸਾਹਮਣੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਕੀ ਪਤਾ ਇਹ ਪਹਿਲਾਂ ਵੀ ਹੁੰਦੀਆਂ ਹੋਣ। ਤੇ ਇਹ ਕਿਹਾ ਜਾ ਰਿਹਾ ਕਿ ਹੁਣ ਤੱਕ ਇਹ ਚੀਜ਼ਾਂ ਇਸ ਕਰਕੇ ਨਿਕਲ ਕੇ ਸਾਹਮਣੇ ਆ ਰਹੀਆਂ ਸੀਗੀਆਂ ਕਿ ਕਿਉਂਕਿ ਇਹ ਚੀਜ਼ਾਂ ਸਰਕਾਰਾਂ ਜਿਹੜੀਆਂ ਸੀ ਉਹ ਦੋ ਹੀ ਪਾਰਟੀਆਂ ਦੀਆਂ ਬਦਲ ਰਹੀਆਂ ਸੀਗੀਆਂ, ਕਾਂਗਰਸ ਦੀ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੇ ਭਾਈਵਾਲ ਪਾਰਟੀਆਂ ਦੀ। ਇਸ ਕਰਕੇ ਜਿਹੜੀਆਂ ਭਰਤੀ ਜਾਂ ਕੋਈ ਵੀ ਘੁਟਾਲੇ ਜਿਹੜੇ ਸੀ ਜਾਂ ਕਿਸੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲ ਕੇ ਸਾਹਮਣੇ ਨਹੀਂ ਆ ਰਹੀਆਂ ਸੀ। ਜਿਵੇਂ ਪਿੱਛੇ ਜਿਹੇ ਸਮੇਂ ਵਿੱਚ ਫਰਨੀਚਰ ਗਾਇਬ ਹੋਣ ਦੀ ਗੱਲ ਆਈ ਸੀਗੀ। ਸੋ ਇਹ ਚੀਜ਼ਾਂ ਹਾਲੇ ਤੱਕ ਨਿਕਲ ਕੇ ਇਸ ਕਰਕੇ ਸਾਹਮਣੇ ਨਹੀਂ ਆ ਰਹੀਆਂ ਸੀ ਕਿਉਂਕਿ ਇਹ ਚੀਜ਼ਾਂ ਬਦਲ ਕੇ ਸਰਕਾਰਾਂ ਇਹਨਾਂ ਦੀਆਂ ਆ ਰਹੀਆਂ ਸੀਗੀਆਂ ਤੇ ਉਹਨਾਂ ਨੂੰ ਇਹ ਹੁੰਦਾ ਸੀ ਵੀ ਯਾਰ ਐਤਕੀ ਸਾਡੀ ਹੈਗੀ, ਅਗਲੀ ਵਾਰ ਜੇ ਉਹਨਾਂ ਦੀ ਆ ਗਈ ਤਾਂ ਫਿਰ ਜੇ ਅਸੀਂ ਉਹਨਾਂ 'ਤੇ ਕੋਈ ਇਹੋ ਜਿਹਾ ਕੋਈ ਪੁੱਠਾ ਸਿੱਧਾ ਕਰਦੇ ਹਾਂ ਤੇ ਅਗਲੀ ਵਾਰ ਉਹ ਸਾਨੂੰ ਤੰਗ ਕਰਨਗੇ। ਤੇ ਇਸ ਕਰਕੇ ਉਹ ਅਣਦੇਖੀ ਕਰਦੇ ਸਨ ਜੇ ਕਿਸੇ ਨੇ ਇੱਕ ਦੂਜੇ ਦੇ ਨਾਲ ਕਿਸੇ ਦੇ ਕੋਈ ਮਾੜੀ ਗੱਲ ਫੜੀ ਵੀ ਜਾਂਦੀ ਸੀ ਤਾਂ ਇੱਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ। ਪਰ ਹੁਣ ਜਿਹੜੀ ਪਾਰਟੀ ਆ ਉਹ ਆਮ ਆਦਮੀ ਪਾਰਟੀ ਤੀਜੀ ਧਿਰ ਦੀ ਸਰਕਾਰ ਆ ਚੁੱਕੀ ਹੈ ਤੇ ਜਿਹੜੀ ਕਿ ਇਹਨਾਂ ਦੀ ਸੋਚ ਤੋਂ ਪਰੇ ਦੇ ਹੈਗੀ ਹੈ। ਬੇਸ਼ੱਕ ਉਹਨਾਂ ਨੂੰ ਰਾਜ ਕਰਨ ਦਾ ਜਿਹੜਾ ਇਸ ਵੇਲੇ ਮੌਕਾ ਹੈ ਉਹ ਕੰਡਿਆਲੀ ਸੇਜ ਦੇ ਉੱਤੇ ਜਿਹੜਾ ਉਹ ਸੌਣ ਦੇ ਬਰਾਬਰ ਹੈ ਤੇ ਬਿਜਲੀ ਦਾ ਸਿਸਟਮ ਜਿਹੜਾ ਉਹ ਕਾਫੀ ਗੜਬੜਾਇਆ ਹੋਇਆ, ਪੈਸਾ ਹੈ ਨਹੀਂ, ਕਿਸਾਨ ਅੱਡ ਰੌਲਾ ਪਾ ਰਹੇ ਨੇ, ਜਿਹੜੀਆਂ ਵਾਅਦੇ ਨੇ ਕੀਤੇ ਨੇ ਉਹ ਉਹਨਾਂ ਨੂੰ ਪੂਰੇ ਕਰਨੇ ਪੈ ਰਹੇ ਨੇ। 1000 ਰੁਪਇਆ ਜਿਹੜਾ ਉਹ ਔਰਤਾਂ ਨੂੰ ਦੇਣਾ ਹੈਗਾ ਉਹ ਵੱਖਰਾ ਹੈਗਾ। ਹੋਰ ਬਹੁਤ ਸਾਰੇ ਵਾਅਦੇ ਜਿਹੜੇ ਨੇ ਬਿਜਲੀ ਵਾਲੇ ਵੱਖਰੇ ਜਿਹੜੇ ਨੇ ਉਹ 300 ਯੂਨਿਟ ਵਾਲਾ ਉਹ ਕਰਨਾ ਪੈ ਰਿਹਾ। 3 ਲੱਖ ਕਰੋੜ ਰੁਪਏ ਦਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਸਿਰ 'ਤੇ ਚੜਿਆ ਹੋਇਆ, 20,000 ਕਰੋੜ ਰੁਪਏ ਦਾ ਉਹਨਾਂ ਦਾ ਕਿਸ਼ਤ ਜਾਂਦੀ ਹੈ। 40% ਆਮਦਨੀ ਜਿਹੜੀ ਹੈਗੀ ਆ ਉਹ ਜਿੰਨੀ ਟੋਟਲ ਬਜਟ ਹੁੰਦਾ 40% ਉਹਦਾ ਜਿਹੜਾ ਉਹ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਤੇ ਉਹਨਾਂ 'ਤੇ ਚਲਾ ਜਾਂਦਾ, ਤਨਖਾਹਾਂ 'ਤੇ ਚਲਾ ਜਾਂਦਾ। 20% 17% ਬਜਟ ਦਾ ਜਿਹੜਾ ਹਿੱਸਾ ਹੈਗਾ ਉਹ ਉਹਦੇ 'ਚ ਵਿਆਜ ਦੇ ਵਿੱਚ ਚਲਾ ਜਾਂਦਾ ਹੈਗਾ। ਸੋ 40 ਤੇ 57% ਜਿਹੜਾ ਬਜਟ ਹੈ ਉਹ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਤੇ ਇਸ ਤੋਂ ਇਲਾਵਾ ਜਿਹੜਾ ਵਿਆਜ ਦੇ ਵਿੱਚ ਹੀ ਚਲਾ ਜਾਂਦਾ ਹੈਗਾ। ਬਾਕੀ ਜਿਹੜਾ ਬਚਦਾ ਹੈਗਾ ਉਹ 43% ਬਜਟ ਬਚਦਾ ਹੈਗਾ। ਉਹਦੇ ਵਿੱਚ ਇਹਨਾਂ ਨੇ ਡਿਵੈਲਪਮੈਂਟ ਦੇ ਕੰਮ ਵੀ ਕਰਨੇ ਨੇ, ਬਹੁਤ ਕੁਝ ਹੋਰ ਚੀਜ਼ਾਂ ਵੀ ਨਿਕਲ ਕੇ ਸਾਹਮਣੇ ਆਉਣ, ਵਿੱਚੋਂ ਫ੍ਰੀ ਵੀ ਬਹੁਤ ਸਾਰੀਆਂ ਚੀਜ਼ਾਂ ਵੰਡਣੀਆਂ ਹੈਗੀਆਂ ਨੇ। ਤਾਂ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਸੌਖਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ। ਪਰ ਫਿਰ ਵੀ ਅਜਿਹੇ ਹਾਲਾਤਾਂ ਦੇ ਵਿੱਚ ਵੀ ਜਿਹੜੀਆਂ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਰਕੇ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਉਹ ਇਹ ਘੁਟਾਲੇ ਜਾਂ ਜੋ ਵੀ ਹੈਗੇ ਨੇ ਉਹ ਸੱਚ ਕੱਢਦੇ ਨੇ, ਉਹਨਾਂ ਦੇ ਵਿੱਚੋਂ ਜੇ ਉਹ ਸੱਚ ਨਿਕਲਦਾ ਤਾਂ ਇਹਦੇ ਵਿੱਚ ਵਾਕਈ ਸ਼ਾਬਾਸ਼ੀ ਦੇਣ ਵਾਲੀ ਗੱਲ ਹੋਏਗੀ। ਤੇ ਜੇ ਝੂਠ ਹੋਏਗਾ ਤਾਂ ਫਿਰ ਉਹੀ ਵੈਂਡੇਟਾ ਪੋਲਿਸ ਜਿਹੜੀ ਰਾਜਨੀਤੀ ਜਿਹੜੀ ਕਿਸ ਬਦਲਾ ਲਊ ਰਾਜਨੀਤੀ ਦੇ, ਇਹ ਸਾਰੀਆਂ ਚੀਜ਼ਾਂ ਦੇ ਦੋਸ਼ ਜਿਹੜੇ ਉਹ ਲੱਗਣੇ ਲਾਜ਼ਮੀ ਹੈਗੇ ਨੇ। ਪਰ ਜਿਸ ਤਰੀਕੇ ਦੇ ਨਾਲ 1000 ਕਰੋੜ ਰੁਪਏ ਦਾ 100 ਕਰੋੜ ਰੁਪਏ ਦਾ ਇਹਨਾਂ ਨੇ ਜਿਹੜਾ ਸੀਗਾ ਉਹ ਪੈਨਸ਼ਨ ਘੁਟਾਲਾ ਕੱਢਿਆ ਸੀਗਾ ਤੇ ਹੁਣ 154 ਬੰਦਿਆਂ ਦਾ ਜਿਹੜਾ ਉਹ ਕੱਢਿਆ ਹੈਗਾ ਇਹਨਾਂ ਨੇ ਭਰਤੀ ਘੁਟਾਲਾ ਕੱਢਿਆ ਹੈਗਾ। ਤਾਂ ਇਹ ਆਪਣੇ ਆਪ ਦੇ ਵਿੱਚ ਜੇਕਰ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਸੱਚ ਆਉਂਦਾ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਕਾਫੀ ਉਹ ਹੋਏਗੀ, ਚਿੰਤਾਜਨਕ ਗੱਲ ਵੀ ਹੋਏਗੀ ਤੇ ਲੋਕਾਂ ਵੱਲੋਂ ਇਸ ਚੀਜ਼ ਦੀ ਸ਼ਾਬਾਸ਼ੀ ਵੀ ਦਿੱਤੀ ਜਾਏਗੀ। ਜੀ, ਸ਼ਾਬਾਸ਼ੀ ਦੇਣੀ ਤਾਂ ਬਣਦੀ ਹੈ ਕਿਉਂਕਿ ਚਾਹੇ ਇਸ ਗੱਲ ਬਾਰੇ ਚਾਹੇ ਇਹਦੇ ਵਿੱਚੋਂ ਨਿਕਲਦਾ ਕੀ ਹੈ ਬਾਅਦ ਦੇ ਵਿੱਚ, ਜੇ 154 ਨਾਂ ਨੇ ਹੋ ਸਕਦਾ 54 ਹੀ ਨਿਕਲਣ ਜਾਂ ਹੋ ਸਕਦਾ 140 ਨਿਕਲ ਆਉਣ ਜਾਂ ਹੋ ਸਕਦਾ ਸਾਰੇ ਦੇ ਸਾਰੇ ਜਿਹੜੇ ਉਹ ਕਾਲੇ ਮਾਲੇ ਦੇ ਵਿੱਚ ਕਿਤੇ ਨਾ ਕਿਤੇ ਲਿਪਤ ਹੋਣ। ਪਰ ਇਸ ਗੱਲ ਦੇ ਉੱਤੇ ਚਰਚਾ ਹੋਈ ਹੈ, ਇਹੀ ਬੜੀ ਵੱਡੀ ਗੱਲ ਹੈ ਕਿਉਂਕਿ ਇਹੋ ਜਿਹੀ ਚੀਜ਼ਾਂ ਦੀ ਪਹਿਲਾਂ ਹੁਣ ਤੱਕ ਦੀ ਚਰਚਾ ਵੀ ਜਿਹੜੀ ਉਹ ਕਿਤੇ ਨਹੀਂ ਹੁੰਦੀ ਆ ਰਹੀ ਸੀਗੀ। ਇਸੇ ਮਾਮਲੇ ਦੇ ਨਾਲ ਦੇਖੋ ਆਪਾਂ ਲਾ ਕੇ ਇੱਕ ਚੀਜ਼ ਨੂੰ ਹੋਰੋਂ ਦੇਖ ਸਕਦੇ ਹਾਂ ਕਿ ਤੁਸੀਂ ਗੱਲ ਕੀਤੀ ਕਿ ਪਹਿਲਾਂ ਜਿਹੜੀਆਂ ਸਰਕਾਰਾਂ ਸਿਰਫ 2 ਪਾਰਟੀਆਂ ਦੇ ਵਿੱਚ ਹੀ ਅਦਲਾ ਬਦਲੀ ਹੁੰਦੀ ਰਹੀ ਸੀ। ਜਿਵੇਂ ਕ੍ਰਿਕਟ ਦੇ ਮੈਦਾਨ ਦੇ ਵਿੱਚ ਹੁੰਦਾ ਕਿ ਕਦੀ ਕ੍ਰੀਜ਼ ਦੇ ਉੱਪਰ ਇੱਕ ਬੰਦਾ ਆ ਜਾਂਦਾ, ਕਦੀ ਦੂਜਾ ਆ ਜਾਂਦਾ, ਪਰ ਬੈਟਿੰਗ ਹੈ ਜਿਹੜੀ ਉਹ ਉਦੋਂ ਤੱਕ ਉਹੀ 2 ਬੰਦੇ ਕਰਦੇ ਰਹਿੰਦੇ ਨੇ ਜਦੋਂ ਤੱਕ ਇੱਕ ਬੰਦਾ ਕੋਈ ਆਊਟ ਨਹੀਂ ਹੋ ਜਾਂਦਾ। ਹੁਣ ਪਾਰਟੀਆਂ ਨੇ ਜਿਹੜੀਆਂ ਉਹ ਕ੍ਰੀਜ਼ ਤੋਂ ਦੋਨੇ ਆਊਟ ਹੋ ਗਈਆਂ ਨੇ। ਦੋਨੇ ਪਾਸੇ ਜਿਹੜੇ ਹੁਣ ਬੈਟਮੈਨ ਨੇ ਜਾਂ ਜਿਹੜੇ ਬੱਲੇਬਾਜ਼ ਨੇ ਉਹ ਦੋਨੋਂ ਪਾਸੇ ਜਿਹੜੇ ਉਹ ਨਵੇਂ ਨੇ। ਇਹਦੇ ਨਾਲ ਹੋਇਆ ਇਹ ਹੈ ਕਿ ਹਰ ਇੱਕ ਚੀਜ਼ ਦਾ ਸਾਨੂੰ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ। ਜਿਵੇਂ ਕਿ ਸਾਨੂੰ ਦੇਖਣ ਨੂੰ ਮਿਲਿਆ ਕਿ ਕੱਲ੍ਹ ਕਾਂਗਰਸ ਆ ਜਿਹੜੀ ਪੰਜਾਬ ਦੀ ਉਹ ਸਾਰੀ ਇਕੱਠੀ ਹੋ ਕੇ ਕਲੰਬਾ ਉਹਨਾਂ ਨਾਲ ਗਈ ਸੀਗੀ ਰੋਪੜ ਦੇ ਇੱਕ ਥਾਣੇ ਦੇ ਵਿੱਚ। ਉੱਥੇ ਜਾ ਕੇ ਉਹ SSP ਉਹਨਾਂ ਨੂੰ ਵੀ ਮਿਲਦੇ ਨੇ, ਫਿਰ ਇੰਸਪੈਕਟਰ ਸਾਹਿਬ ਨੂੰ ਵੀ ਮਿਲਦੇ ਨੇ। ਉੱਥੇ ਉਹਨਾਂ ਨੇ ਜਿੰਦਾਬਾਦ ਮੁਰਦਾਬਾਦ ਵੀ ਬਾਹਰ ਕੀਤੀ ਹੈ ਤੇ ਹਾਏ ਹਾਏ ਹੱਲਾ ਹੋ ਪੂਰਾ ਹੋਇਆ। ਹਮੇਸ਼ਾ ਦੀ ਤਰ੍ਹਾਂ 2 ਫਾੜ ਤੇ 2 ਹਿੱਸਿਆਂ ਦੇ ਵਿੱਚ ਜਿਹੜੀ ਕਾਂਗਰਸ ਆਈ, ਪਹਿਲਾਂ
ਸਾਰੀ ਕਾਂਗਰਸ ਜਿਹੜੀ ਇੱਧਰੋਂ ਜਿਹੜੀ ਰਿਵਾਇਤੀ ਕਾਂਗਰਸ ਆ ਉਹ ਆਈ, ਫਿਰ ਜਿਹਨੂੰ ਅੱਜ ਕੱਲ੍ਹ ਨਾਂ ਦਿੱਤਾ ਗਿਆ ਕਿ ਸਿੱਧੂ ਕਾਂਗਰਸ ਆ ਜਿਹੜੀ, ਹੁਣ ਉਹ ਬਾਅਦ ਦੇ ਵਿੱਚ ਆਈ ਤੇ ਉਹਨਾਂ ਨੇ ਗੱਲਬਾਤ ਕੀਤੀ। ਮੀਡੀਆ ਨਾਲ ਜਦੋਂ ਗੱਲਬਾਤ ਹਜੇ ਪ੍ਰੈਸ ਨਾਲ ਕਰ ਹੀ ਰਹੇ ਸੀਗੇ, ਸੁਖੀ ਰੰਧਾਵਾ ਹੋਣੀ ਪਿਛਲੇ ਸਰਕਾਰ ਦੇ ਵਿੱਚ ਉਹ ਗ੍ਰਹਿ ਮੰਤਰੀ ਰਹੇ ਨੇ, ਤੇ ਇੰਨੇ 'ਚ ਹੀ ਉਹਨਾਂ ਨੂੰ ਕਿਸੇ ਨੇ ਦੱਸਤਾ ਕਿ ਤੁਹਾਡੀ ਜਿਹੜੀ ਗੱਡੀ ਹੈ ਜੀ ਉਹ ਵਾਪਸ ਮੰਗਾ ਲਈ ਸਰਕਾਰ ਨੇ। ਤੇ ਉਹ ਭੜਕ ਉੱਠੇ, ਉਹਨਾਂ ਨੇ ਅਪਸ਼ਬਦ ਵੀ ਬੋਲੇ ਵਿੱਚੋਂ, ਉਹ ਗੁੱਸੇ ਦੇ ਵਿੱਚ 2-4 ਗੱਲਾਂ ਉਹਨਾਂ ਨੇ ਉੱਪਰ ਥੱਲੇ ਵੀ ਕਹਿਤੀਆਂ ਤੇ ਉੱਚੀਆਂ ਨੀਵੀਆਂ ਵੀ ਹੋ ਗਈਆਂ। ਤੇ ਇਹਦੇ ਨਾਲ ਪਤਾ ਇਹ ਲੱਗਿਆ ਕਿ ਇਕੱਲੇ ਸੁਖੀ ਰੰਧਾਵਾ ਹੋਣਾ ਨੂੰ ਨਹੀਂ ਜਾਂ ਸੁਖਜਿੰਦਰ ਰੰਧਾਵਾ ਇਕੱਲਿਆਂ ਨੂੰ ਨਹੀਂ, ਜਿੰਨੇ ਪੁਰਾਣੇ ਮੰਤਰੀ ਸੀਗੇ ਸਾਰਿਆਂ ਨੂੰ ਜਿਹੜੀਆਂ ਗੱਡੀਆਂ ਨੇ ਇਨੋਵਾ ਦੇ ਉੱਚੇ ਮਾਡਲ ਨੇ ਉਹ ਵਾਪਸ ਕਰਨ ਲਈ ਕਿਹਾ ਗਿਆ। ਨਾਲ ਹੀ ਨਾਲ ਜਿਹੜੇ ਪੁਰਾਣੇ ਐਮਐਲਏ ਜਿਹੜੇ ਹੁਣ ਐਮਐਲਏ ਨਹੀਂ ਰਹੇ ਉਹਨਾਂ ਦੇ ਵਿੱਚ ਬਾਦਲਾਂ ਦੋਨਾਂ ਦਾ ਵੀ ਨਾਮ ਆ ਜਾਂਦਾ ਹੈ, ਉਹਨਾਂ ਦੇ ਵਿੱਚ ਜਿਹੜੇ ਡਰੱਗ ਕੇਸ ਦੇ ਵਿੱਚ ਫਸੇ ਹੋਏ ਆ ਮੰਤਰੀ ਉਹਨਾਂ ਦਾ ਵੀ ਨਾਮ ਆ ਜਾਂਦਾ, ਨਾਲ ਹੀ ਨਾਲ ਜੀ ਬਿਕਰਮ ਮਜੀਠੀਆ ਉਹਨਾਂ ਦਾ ਵੀ ਨਾਮ ਆ ਜਾਂਦਾ। ਉਹਨਾਂ ਦੀ ਵਾਈਫ ਦੀ ਹਜੇ ਕੀ ਗੱਲ ਹੁੰਦੀ ਸੀਗੀ ਕਿ ਉਹ ਸ਼ਾਇਦ ਮੰਤਰੀ ਬਣੇ, ਉਹ ਜਿਵੇਂ ਐਮਐਲਏ ਬਣੇ ਨੇ ਤੇ ਉਹਨਾਂ ਨੂੰ ਸ਼ਾਇਦ ਉਹ ਘਰ ਮਿਲ ਜੇ, ਫਲੈਟ ਮਿਲ ਜੇ। ਪਰ ਇਹਦੇ ਵਿੱਚ ਗੱਲ ਨਿਕਲ ਕੇ ਸਾਹਮਣੇ ਇਹ ਆ ਗਈ ਕਿ ਉਹਨਾਂ ਨੇ ਹਜੇ ਤੱਕ ਆਪਣੀ ਜਿਹੜੀ ਸਹੁੰ ਹੈ ਉਹ ਐਮਐਲਏ ਦੀ ਚੱਕੀ ਨਹੀਂ, ਜਿਹੜਾ ਮੈਂਡੇਟ ਹੈ ਉਹਨਾਂ ਨੂੰ ਮਿਲਿਆ, ਤੇ ਉਸ ਤੋਂ ਬਾਅਦ ਤੱਕ ਉਹਨਾਂ ਨੂੰ ਉਹ ਘਰ ਹਜੇ ਤੱਕ ਅਲਾਟ ਨਹੀਂ ਕੀਤਾ ਜਾ ਸਕਦਾ। ਸੋ ਇਹ ਸਾਰੇ ਦੇ ਵਿੱਚ ਉੱਥੇ ਆਪਣਾ ਰੌਲਾ ਪੈ ਗਿਆ। ਜਿਹੜੇ ਅਲਕਾ ਲਾਂਬਾ ਉਹਨਾਂ ਦੇ ਨਾਲ ਆਏ ਸੀਗੇ ਉਹਨਾਂ ਦੀ ਗੱਲਬਾਤ ਖੁਰਦ-ਬੁਰਦ ਹੁੰਦੀ ਨਜ਼ਰ ਆਈ, ਤੇ ਲੋਕਾਂ ਨੂੰ ਆਪਣੀਆਂ ਗੱਡੀਆਂ ਦੀ ਵੀ ਪੈ ਗਈ। ਜਿਹੜੇ ਗੱਡੀਆਂ ਚਲਾਉਂਦੇ ਨੇ ਉਹਨਾਂ ਨੂੰ ਐ ਹੋ ਗਿਆ ਹੁਣ ਵੀ ਨਵੇਂ ਮਾਲਕਾਂ ਕੋਲੇ ਜਾਣਾ ਪੈਣਾ, ਤੇ ਐਵੇਂ ਜਿਹੜਾ ਉੱਥੇ ਰੌਲਾ ਜਿਹੜਾ ਪੈ ਗਿਆ। ਹੁਣ ਇਹਦੇ ਵਿੱਚ ਦੇਖਣ ਨੂੰ ਇਹ ਆਇਆ ਕਿ ਬਹੁਤ ਨਾਰਾਜ਼ ਹੋਏ ਸੁਖੀ ਰੰਧਾਵਾ ਹੋਣੀ, ਉਹਨਾਂ ਦੀ ਨਾਰਾਜ਼ਗੀ ਨਹੀਂ ਮੈਨੂੰ ਸਮਝ ਆਈ, ਕਿਉਂਕਿ ਸਰਕਾਰੀ ਗੱਡੀ ਹੈ, ਤੁਹਾਨੂੰ ਪਤਾ ਸਰਕਾਰ ਤੁਹਾਡੀ ਚੇਂਜ ਹੋ ਗਈ ਹੈ, ਤੁਸੀਂ ਹੁਣ ਮੰਤਰੀ ਨਹੀਂ ਰਹੇ। ਜੇ ਬੰਦੇ ਨੇ ਕਿਸੇ ਗਵਾਂਢੀ ਦੀ ਸਾਗ ਵਾਲੀ ਕੌਲੀ ਵੀ ਦਿੱਤੀ ਹੁੰਦੀ ਹੈ ਤਾਂ ਵੀ ਉਹਦੇ 'ਚ ਗੁੜ ਪਾ ਕੇ ਅਗਲੇ ਦਿਨ ਵਾਪਸ ਦੇਣ ਚਲਾ ਜਾਂਦਾ ਕਿ ਭਾਈ ਤੁਹਾਨੂੰ ਕੰਮ ਹੋਣਾ, ਜਾਂ ਤੁਸੀਂ ਘਰੇ ਵੀ ਵਰਤਣੀ ਹੋਣੀ, ਜਾਂ ਆਹ ਲਓ ਅਸੀਂ ਆਹ ਚੀਜ਼ ਬਣਾਈ ਸੀ ਤੁਹਾਨੂੰ ਵਾਪਸ ਦੇ ਦਿੰਦੇ ਹਾਂ। ਉਹ ਵਾਪਸ ਤਾਂ ਕੀ ਦੇਣੀ ਸੀ, ਉਹ ਉੱਦਾਂ ਕੁੱਦ ਕੇ ਪੈ ਗਏ ਜਿਵੇਂ ਬੈਂਕ ਵਾਲਿਆਂ ਨੂੰ ਦੇਖ ਕੇ ਤੇ ਕੋਈ ਕਰਜ਼ਈ ਕਿਸਾਨ ਪਹਿਲਾਂ ਪਿਆ ਹੁੰਦਾ, ਜਿਵੇਂ ਪਹਿਲਾਂ ਹੀ ਜਿਹੜਾ ਬੜਾ ਕਰਜ਼ੇ ਦੇ ਬੋਝ ਥੱਲੇ ਹੁੰਦਾ, ਉਹ ਕਹਿੰਦਾ ਹੁਣ ਤੁਸੀਂ ਹੋਰ ਅੱਗੋਂ ਦੱਖੂ ਦਾਣੇ ਲੈਣ ਆ ਗਏ। ਤੇ ਉਹੀ ਜਿਹੀ ਗੱਲਬਾਤ ਇਹਨਾਂ ਦੇ ਸਾਹਮਣੇ ਦਿਖੀ ਤੇ ਉਹ ਰਿਐਕਸ਼ਨ ਇੱਕ ਸਮਝ ਨਹੀਂ ਆਇਆ। ਦੂਜੀ ਗੱਲ ਇਹ ਹੈ ਕਿ ਬੜੇ ਲੋਕੀ ਇਹਨੂੰ ਸੋਸ਼ਲ ਮੀਡੀਆ ਤੇ ਐ ਕਹਿ ਰਹੇ ਨੇ ਕਿ ਇਮਾਨਦਾਰੀ ਕਿੱਥੇ ਹੈ, ਕਿ ਜੇਕਰ ਮੰਤਰੀ ਨੇ ਉਹ ਟਾਈਮ ਦੇ ਹਿਸਾਬ ਨਾਲ ਆਪਣੀ ਗੱਡੀਆਂ ਦੀ ਮੋਟਰ ਜਦੋਂ ਮੰਗਦੇ ਆ ਉਦੋਂ ਗਾਲਾਂ ਕੱਢਦੇ ਆ, ਤੇ ਇਹ ਕੀ ਸਿਸਟਮ ਇਹ ਪੰਜਾਬ ਦੇ ਫਿਊਚਰ ਲਈ ਚੰਗਾ ਹੋਏਗਾ? ਦੇਖੋ, ਮੈਨੂੰ ਯਾਦ ਆਉਂਦਾ ਜਦੋਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਪਿਛਲੇ ਸਮੇਂ ਦੇ ਦੌਰਾਨ ਜਦੋਂ ਮੰਤਰੀ ਦਾ ਅਹੁਦਾ ਛੱਡਿਆ ਸੀ, ਤਾਂ ਉਦੋਂ 2019 ਦੀ ਗੱਲ ਹੈ ਮੇਰੇ ਖਿਆਲ 'ਤੇ, ਤਾਂ ਉਦੋਂ ਉਹਨਾਂ ਨੇ ਕੈਬਨਿਟ ਮਿਨਿਸਟਰ ਦਾ ਅਹੁਦਾ ਜਦੋਂ ਛੱਡਿਆ ਸੀ, ਅਸਤੀਫਾ ਦਿੱਤਾ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਕੋਠੀ ਵੀ ਵਾਪਸ ਕਰਤੀ, ਆਪਣੀ ਗੱਡੀ ਵੀ ਦੇਤੀ, ਅਤੇ ਆਪਣਾ ਜੋ ਵੀ ਉਹਨਾਂ ਕੋਲ ਸੀਗਾ ਉਹ ਵਾਪਸ ਕਰਤਾ ਸੀ ਉਹਨਾਂ ਨੇ। ਅਤੇ ਉਸ ਚੀਜ਼ ਦੀ ਕਾਫੀ ਸ਼ਲਾਘਾ ਕੀਤੀ ਗਈ ਸੀ ਵੀ ਮਤਲਬ ਉਹਨਾਂ ਨੇ ਆਪਣੇ ਕੋਲ ਕੁਛ ਵੀ ਨਹੀਂ ਰੱਖਿਆ। ਪਰ ਇਹ ਇਮਾਨਦਾਰੀ ਜਿਹੜੀ ਆ ਉਹ ਸਾਰਿਆਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ। ਪਿਛਲੇ ਸਮੇਂ ਦੇ ਦੌਰਾਨ ਤਾਂ ਕੁਝ ਲੋਕਾਂ ਨੂੰ ਤਾਂ ਜਿਹੜੀਆਂ ਉਹ ਰੌਲਾ ਪਾ ਕੇ ਤੇ ਉਹਨਾਂ ਨੂੰ ਜਿਹੜੇ ਨੋਟਿਸ ਭੇਜਣ ਦੇ ਬਾਵਜੂਦ ਵੀ ਉਹਨਾਂ ਨੇ ਜਿਹੜੀਆਂ ਉਹ ਕੋਠੀਆਂ ਵਾਪਸ ਨਹੀਂ ਕੀਤੀਆਂ ਸੀ। ਅਤੇ ਇੱਥੋਂ ਤੱਕ ਰਜਿੰਦਰ ਕੌਰ ਭੱਠਲ ਹੋਣਾ ਦਾ ਵੀ ਨਾਮ ਆਇਆ ਸੀ ਵੀ ਜਿਹਨਾਂ ਨੂੰ ਨੋਟਿਸ ਭੇਜਿਆ ਗਿਆ। ਕਈਆਂ ਦੀਆਂ ਕੋਠੀਆਂ ਖਾਲੀ ਕਰਾਉਣ ਲਈ ਤਾਂ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਰੌਲੇ ਪਏ, ਅਤੇ ਕਈਆਂ ਦੇ ਨਾਲ ਜਿਹੜਾ ਉਹ ਕਾਫੀ ਸਮੇਂ ਦੇ ਵਿੱਚ ਮੀਡੀਆ ਦੇ ਵਿੱਚ ਜਦੋਂ ਰਿਪੋਰਟਾਂ ਆਈਆਂ, ਅਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਵਾਪਸ ਕਰਨੀਆਂ ਉਹਨਾਂ ਨੇ। ਤੁਹਾਨੂੰ ਯਾਦ ਹੋਏਗਾ ਜਦੋਂ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਰੌਲਾ ਪਾਇਆ ਸੀਗਾ, ਆਪਣਾ ਪ੍ਰਗਟ ਸਿੰਘ ਹੋਣਾ ਨੇ ਗੱਡੀਆਂ ਦੇ ਸੰਬੰਧੀ ਗੱਲ ਹੋਈ ਸੀ, ਤਾਂ ਉਹਦੇ ਸੰਬੰਧ ਦੇ ਵਿੱਚ ਸਵਾਲ ਪੁੱਛਿਆ ਸੀਗਾ, ਤਾਂ ਉਹਨਾਂ ਨੇ ਕਿਹਾ ਸੀਗਾ ਵੀ ਭਗਵੰਤ ਮਾਨ ਹੋਣਾ ਨੇ ਵੀ ਫਿਕਰ ਨਾ ਕਰੋ, ਪ੍ਰਗਟ ਸਿੰਘ ਹੋਣਾ ਕੋਲ ਜਿਹੜੀ ਗੱਡੀ ਹੈਗੀ ਆ ਉਹ ਵੀ ਵਾਪਸ ਲੈ ਲਾਂਗੇ ਅਸੀਂ। ਤੇ ਬਿਲਕੁਲ, ਤੇ ਉਹ ਇਹਨਾਂ ਨੇ ਨਵੀਆਂ ਗੱਡੀਆਂ ਦਾ ਰੌਲਾ ਪਾਇਆ ਸੀ, ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੀਆਂ ਪੁਰਾਣੀਆਂ ਨੇ ਉਹ ਵੀ ਵਾਪਸ ਲੈ ਰਹੇ ਹਾਂ। ਸੰਕੇਤ ਤਾਂ ਭਗਵੰਤ ਮਾਨ ਨੇ ਪਹਿਲਾਂ ਹੀ ਦਿੱਤੇ ਸੀ, ਇਸ ਚੀਜ਼ ਦਾ ਨਾਰਾਜ਼ ਹੋਣ ਦੀ ਗੱਲ ਹੀ ਨਹੀਂ ਹੈਗੀ। ਡੇਢ ਮਹੀਨਾ ਹੋ ਗਿਆ ਸਰਕਾਰ ਆਈ ਨੂੰ, ਭਗਵੰਤ ਮਾਨ ਹੋਣੀ ਨੂੰ ਵੀ ਸੰਕੇਤ ਦਿੱਤੇ, ਮੇਰੇ ਖਿਆਲ 15-20 ਦਿਨ ਹੋ ਗਏ ਇਹ ਚੀਜ਼ ਦੇ, ਤੇ ਇਹਨਾਂ ਨੂੰ ਤਾਂ ਪਹਿਲਾਂ ਹੀ ਛੱਡ ਦੇਣਾ ਚਾਹੀਦੀਆਂ ਸੀ ਉਹ ਚੀਜ਼ਾਂ, ਕਿ ਜ਼ਰੂਰੀ ਬੇਇੱਜ਼ਤੀ ਕਰਾ ਕੇ ਛੱਡਣ ਵਾਲਾ ਕੰਮ ਸੀਗਾ ਇਹ। ਤੇ ਹੁਣ ਇਹਦੇ 'ਚ ਗੱਲ ਗੁੱਸਾ ਮਨਾਉਣ ਦੀ ਤਾਂ ਗੱਲ ਹੀ ਨਹੀਂ ਹੈਗੀ ਸੀਗੀ। ਫਿਰ ਉਹ ਕਹਿੰਦੇ ਨੇ ਵੀ ਇਹਦਾ ਡਰਾਈਵਰ ਨੂੰ ਭੇਜਣਾ ਚਾਹੀਦਾ ਸੀ ਨੋਟਿਸ, ਸਾਨੂੰ ਤਾਂ ਕਾਹਨੂੰ ਭੇਜ ਦਿੱਤਾ ਹੈਗਾ। ਪਰ ਇਹ ਚੀਜ਼ਾਂ ਉਹਨਾਂ ਨੂੰ ਆਪ ਚਾਹੀਦਾ, ਕਿਉਂਕਿ ਜ਼ਿੰਮੇਵਾਰੀ ਜਿਹੜੀ ਹੁੰਦੀ ਆ ਉਹ ਜਿਸ ਮੰਤਰੀ ਦੇ ਨਾਂ ਦੇ ਉੱਤੇ ਗੱਡੀ ਜਾਂਦੀ ਹੈ, ਜ਼ਿੰਮੇਵਾਰੀ ਉਹਦੀ ਹੁੰਦੀ ਆ ਕਿ ਉਹਨੂੰ ਕਹੇ ਵੀ ਭਾਈ ਵਾਪਸ ਕਰ ਦੇ। ਕਿਉਂਕਿ ਹੁਣ ਗੱਡੀ ਕੋਠੀ ਤਾਂ ਜਿਹੜੀ ਸੀਗੀ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਦਿੱਤੀ ਗਈ ਸੀ, ਅਤੇ ਉਹ ਵੀ ਕਹਿ ਸਕਦੇ ਸੀ ਵੀ ਡਰਾਈਵਰ ਨੂੰ ਕਹੋ ਸਾਨੂੰ ਕਿਉਂ ਕਹਿੰਦੇ ਹੈਗੇ, ਪਰ ਉਹਨਾਂ ਨੇ ਨਹੀਂ, ਉਹ ਸਾਰੀਆਂ ਚੀਜ਼ਾਂ ਵਾਪਸ ਕਰਤੀਆਂ। ਅਤੇ ਇਹ ਹੁਣ ਇਹ ਚੀਜ਼ਾਂ ਸੁਖੀ ਰੰਧਾਵੇ ਉਹਨਾਂ ਨੇ ਕਿਹਾ,
ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਇਸ ਮਾਮਲੇ ਦੇ ਵਿੱਚ। ਉਹਨਾਂ ਨੇ ਸਾਰੀਆਂ ਚੀਜ਼ਾਂ, ਕੋਠੀ ਵੀ ਚਲੀ ਗਈ ਉਹਨਾਂ ਕੋਲੋਂ, ਗੱਡੀ ਵੀ ਚਲੀ ਗਈ, ਉਹਨਾਂ ਠੀਕ ਹੈ, ਜਿਹੜੀ ਗੱਲ ਹੈ ਤਾਂ ਉਹ ਹੈ। ਪਹਿਲਾਂ ਤੋਂ ਮੈਨੂੰ ਲੱਗਦਾ ਇਸ ਬਾਰੇ ਦੀ ਤਿਆਰੀ ਕਰਦੇ ਆ ਰਹੇ ਨੇ, ਕਿਉਂਕਿ ਪਿੱਛੇ ਜਿਹੇ ਦਿਨਾਂ ਦੀ ਖਬਰ ਲੱਗੀ ਸੀਗੀ ਕਿ ਜਿਹੜੀ ਪਹਿਲਾਂ ਉਹਨਾਂ ਨੂੰ ਮੁੱਖ ਮੰਤਰੀ ਵਾਲੀ ਕੋਠੀ ਸੀ ਉਹ ਤਾਂ ਉਹਦੇ 'ਚੋਂ ਤਾਂ ਸਮਾਨ ਉਹਨਾਂ ਨੇ ਚੱਕ ਲਿਆ। ਫਿਰ ਪਹਿਲਾਂ ਉਹਨਾਂ ਨੇ ਐਂ ਵੀ ਕਹਿਤਾ ਸੀ ਵੀ ਮੈਂ ਪੈਨਸ਼ਨ ਨਹੀਂ ਲੈਣੀ, ਤੇ ਉਹਨਾਂ ਨੇ ਸ਼ਾਇਦ ਇਹ ਚੀਜ਼ ਨੂੰ ਭਾਫ ਲਿਆ ਸੀਗਾ ਕਿ ਇੱਧਰ ਵੱਲ ਨੂੰ ਹੁਣ ਆਮ ਆਦਮੀ ਪਾਰਟੀ ਸਰਕਾਰ ਤੁਰ ਪਈ ਹੈ, ਤੇ ਜੇ ਆਪਾਂ ਪਹਿਲਾਂ ਹੀ ਛੱਡ ਦਿੰਦੇ ਹਾਂ ਤਾਂ ਜ਼ਿਆਦਾ ਵਧੀਆ ਰਹਿੰਦੇ ਹਾਂ। ਹੋ ਸਕਦਾ ਕਿ ਇਸੇ ਲਈ ਤੇ ਚੱਲ ਕੇ ਹੁਣ ਜੇ ਬਾਬਾ ਬੋੜ ਕਹਿੰਦੇ ਨੇ ਉਹਨਾਂ ਨੂੰ ਪੰਜਾਬ ਦੀ ਪੋਲੀਟਿਕਸ ਦਾ, ਰਾਜਨੀਤੀ ਦਾ, ਫਿਰ ਬਾਬਾ ਬੋੜ ਦੀ ਜਿਹੜੀ ਸੇਧ ਆ ਉਹ ਵੀ ਲੈਣੀ ਚਾਹੀਦੀ। ਬਿਲਕੁਲ, ਬਾਬਾ ਬੋੜ ਦੀ ਸੇਧ ਲੈਣੀ ਚਾਹੀਦੀ ਸੀ। ਇੱਕ ਗੱਲ ਨੂੰ ਦੇਖਣ ਵਾਲੀ ਗੱਲ ਹੈ ਕਿ ਜਦ ਤੱਕ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਰਾਜ ਕੀਤਾ ਹੈਗਾ, ਉਹਨਾਂ ਨੇ ਠੀਕ ਹੈ, ਗੱਲ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਨੇ। 5 ਵਾਰੀ ਜੇ ਰਾਜ ਉਹਨਾਂ ਦਾ ਆਇਆ ਹੈਗਾ ਤਾਂ ਉਹ ਕਿਤੇ ਨਾ ਕਿਤੇ ਤਾਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵੋਟਾਂ ਪਾਈਆਂ ਨੇ, ਤਾਂ ਹੀ ਉਹਨਾਂ ਦਾ ਰਾਜ ਬਣਿਆ ਸੀਗਾ। ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪਸੰਦ ਕੀਤਾ ਤਾਂ ਹੀ ਉਹਨਾਂ ਦਾ ਰਾਜ ਆਇਆ। ਇਹ ਵੱਖਰੀਆਂ ਗੱਲਾਂ ਨੇ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਉਸ ਕਾਰਨ ਜਿਹੜਾ ਸੀਗਾ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ, ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਹਾਸ਼ੀ 'ਤੇ ਚਲੇ ਗਏ ਨੇ। ਜੇ 2 MLA ਜਿੱਤੇ ਵੀ ਨੇ ਤੇ ਉਹਦੇ ਵਿੱਚੋਂ ਵੀ ਇੱਕ ਸਹੁੰ ਚੁੱਕਣ ਨੂੰ ਤਿਆਰ ਨਹੀਂ ਹੈ, ਤੇ ਇੱਕ ਜਿਹੜਾ ਉਹ ਇੱਕੋ ਹੀ ਜਿਹੜਾ ਉਹ ਖਾਤੇ 'ਚ ਆਇਆ ਹੈਗਾ। ਤਾਂ ਇਹ ਆਪਣੇ ਆਪ ਦੇ ਵਿੱਚ ਇਸ ਵੇਲੇ ਬਗਲੇ ਝਾਂਕਣੇ ਵਾਲੀ ਗੱਲ, ਜਿਵੇਂ ਆਪਾਂ ਹਿੰਦੀ 'ਚ ਗੱਲ ਕਹਿੰਦੇ ਵੀ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਕੀ ਕਰੀਏ ਤੇ ਕੀ ਨਾ ਕਰੀਏ। ਇਸ ਵੇਲੇ ਜੇਕਰ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦਾ ਜੇ ਕਿਸੇ ਕੋਈ ਬਿਆਨ ਵੀ ਆਉਂਦਾ ਹੈ ਤਾਂ ਉਹ ਵੀ ਜਿਹੜਾ ਕੋਈ ਧਿਆਨ ਨਹੀਂ ਦੇ ਰਿਹਾ ਉਸ ਵੱਲ, ਕਿਉਂਕਿ ਉਹ ਰਾਜਨੀਤੀ ਤੋਂ ਇੱਕ ਕਿਸਮ ਦੇ ਬਾਹਰ ਹੁੰਦੇ ਚਲੇ ਜਾ ਰਹੇ ਨੇ। ਇਸ ਵੇਲੇ ਜੇਕਰ ਬਿਆਨ 'ਤੇ ਕਿਸੇ ਦਾ ਧਿਆਨ ਦਿੱਤਾ ਜਾ ਰਿਹਾ ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਬਿਆਨ 'ਤੇ ਧਿਆਨ ਦਿੱਤਾ ਜਾ ਰਿਹਾ, ਤੇ ਰਾਜਾ ਵੜਿੰਗ ਉਹਨਾਂ ਦਾ ਇਸ ਕਰਕੇ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੀ ਆਪਸ ਦੇ ਵਿੱਚ ਕਾਫੀ ਜਿਹੜੀ ਆ ਉਹ ਖੜਕ ਰਹੀ ਹੈ, ਇੱਕ ਦੂਜੇ ਨਾਲ ਵਿਰੋਧ ਚੱਲ ਰਿਹਾ। ਤੁਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕੀਤੀ ਕਿ ਨਵਜੋਤ ਸਿੰਘ ਸਿੱਧੂ ਹੁਣੀ ਉੱਥੇ ਪਹੁੰਚੇ ਨੇ ਤੇ ਉਹਦੇ ਨਾਲ ਉਹ ਉੱਥੇ ਗੱਡੀਆਂ ਵਾਪਸ ਹੋਣ ਦੀ ਗੱਲ ਨਹੀਂ, ਪਰ ਨਾਲ ਇੱਕ ਚੀਜ਼ ਹੋਰ ਵੀ ਉੱਥੇ ਹੋਈ ਆ ਕਿ ਨਵਜੋਤ ਸਿੰਘ ਸਿੱਧੂ ਉੱਥੇ ਵੀ ਜਾ ਕੇ ਜਿਹੜੇ ਨੇ ਉਹਨਾਂ ਨੂੰ ਰਾਜਾ ਵੜਿੰਗ ਉਹਨਾਂ ਨੂੰ ਨਹੀਂ ਮਿਲੇ, ਤੇ ਆਪਣਾ ਇੱਕ ਵੱਖਰਾ ਹੀ ਉਹਨਾਂ ਨੇ ਜਿਹੜਾ ਉਹ ਜੁੰਡਲੀ ਬਣਾ ਕੇ ਉਹਨਾਂ ਨੇ ਅੱਡ ਰਹੇ ਨੇ। ਤੇ ਅਜਿਹੇ ਵਿੱਚ ਜਿਹੜਾ ਰੌਲਾ ਪੈ ਗਿਆ ਉਹ ਸਾਰੀਆਂ ਗੱਲਾਂ ਜਿਹੜੀਆਂ ਵਿੱਚ ਰੁਲ ਕੇ ਰਹਿ ਗਈਆਂ। ਪਰ ਇਹ ਚੀਜ਼ਾਂ ਵੀ ਧਿਆਨ ਜਿਹੜੀਆਂ ਆਪਣੇ ਆਪ ਦੇ ਵਿੱਚ ਜਿਹੜੇ ਬੁੱਧੀਜੀਵੀ ਸੀ ਉਹਨਾਂ ਦਾ ਧਿਆਨ ਖਿੱਚਿਆ ਹੈਗਾ ਕਿ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਇੱਥੇ ਵੀ ਇਕੱਠੇ ਨਹੀਂ ਹੋਏ। ਹਲਕਾ ਲਾਂਬਾ ਵਾਲੇ ਮਾਮਲੇ ਦੇ ਵਿੱਚ ਵੀ ਉੱਥੋਂ ਵੀ ਉਹ ਅੱਡ ਰਹੇ ਨੇ। ਜੇ ਪਿਛਲੇ ਸਮੇਂ ਦੇ ਦੌਰਾਨ ਤਾਜਪੋਸ਼ੀ ਹੋਈ ਹੈ ਰਾਜਾ ਵੜਿੰਗ ਦੀ, ਤਾਂ ਉੱਥੇ ਵੀ ਮਾੜਾ ਮੋਟਾ ਹੀ ਉਹਨਾਂ ਨਾਲ ਮੁਲਾਕਾਤ ਹੋਈ ਹੈ ਤੇ ਉਸ ਤੋਂ ਬਾਅਦ ਉਹ ਚਲੇ ਗਏ ਸੀ ਉੱਥੋਂ। ਤਾਂ ਆਪਣੇ ਆਪ ਦੇ ਵਿੱਚ ਪੈਰਲਲ ਇੱਕ ਪ੍ਰਧਾਨਗੀ ਚੱਲ ਰਹੀ ਹੈ, ਤੇ ਦੂਜੇ ਪਾਸੇ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਹਾਥੀ ਦੀ ਚਾਲ, ਮਸਤ ਚਾਲ ਜਿਹੜੀ ਚੱਲਦੀ ਹੋਈ ਘੁਟਾਲੇ ਦੇ ਘੁਟਾਲੇ ਤੇ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਕੱਢ ਕੇ ਪਬਲਿਕ ਦੇ ਸਾਹਮਣੇ ਧਰਦੀ ਚਲੀ ਜਾ ਰਹੀ ਹੈ। ਪਬਲਿਕ ਨੂੰ ਸੋਚਣ ਨੂੰ ਮਜਬੂਰ ਹੋਣਾ ਪੈ ਰਿਹਾ ਕਿ ਪਹਿਲਾਂ ਇਹ ਹੋਣੀ ਹੈ, ਕੁਝ ਹੋ ਰਿਹਾ ਸੀ ਕਿ ਪਹਿਲਾਂ ਤੋਂ ਹੀ ਇਹ ਸਾਰੀਆਂ ਚੀਜ਼ਾਂ ਚੱਲੀਆਂ ਆ ਰਹੀ ਸੀ ਜਿਹੜੀਆਂ ਦਬਦੀਆਂ ਆ ਰਹੀਆਂ ਸੀਗੀਆਂ। ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਪੈਦਾ ਹੋ ਰਹੇ ਨੇ। ਜੀ, ਮੇਰੇ ਖਿਆਲ ਤੇ ਹੋ ਸਕਦਾ ਕਿ ਪਹਿਲਾਂ ਵੀ ਐਂ ਹੁੰਦਾ ਰਿਹਾ ਹੋਵੇ। ਬੜੇ ਲੋਕਾਂ ਨੇ ਇਹੀ ਸਵਾਲ ਚੁੱਕੇ ਨੇ ਕਿ ਹੋ ਸਕਦਾ ਸ਼ਾਇਦ ਪਹਿਲਾਂ ਵੀ ਐਂ ਹੁੰਦਾ ਰਿਹਾ ਹੋਵੇ, ਤਾਂ ਹੀ ਜਿਹੜਾ ਉਹ ਸੁੱਖੀ ਰੰਧਾਵਾ ਦਾ ਰਿਐਕਸ਼ਨ ਹੈ ਉਹ ਇਸ ਤਰ੍ਹਾਂ ਦਾ ਆਇਆ ਵੀ ਅੱਛਾ ਸਾਡੇ ਤੋਂ ਗੱਡੀ ਮੰਗ ਲਈ, ਉਹ ਸ਼ੌਕ ਦਾ ਜਿਹੜਾ ਰਿਐਕਸ਼ਨ ਸੀ ਉਹ ਆਇਆ। ਦੂਜੀ ਗੱਲ ਇਹ ਹੈ ਕਿ ਜੇ 1.5 ਮਹੀਨੇ ਤੱਕ ਸਰਕਾਰ ਚੇਂਜ ਹੋ ਗਈ, ਆਪਾਂ ਨੂੰ ਜੇ ਕਿਸ਼ਤ ਲੰਘ ਜੇ ਤਾਂ ਇੱਕ ਦਿਨ ਬਾਅਦ ਤੋਂ ਆਪਣੇ ਦਿਮਾਗ ਦੇ ਵਿੱਚ ਜਿਹੜਾ ਉਹ ਘੰਟੀ ਵੱਜਣੀ ਸ਼ੁਰੂ ਹੋ ਜਾਂਦੀ ਹੈ ਕਿ ਇੱਕ ਦਿਨ ਹੋ ਗਿਆ, 2 ਹੋ ਗਏ। ਇਹ ਤਾਂ 1.5 ਮਹੀਨਾ ਨਿਕਲ ਚੁੱਕਿਆ ਤੇ ਨਾ ਐਡੀ ਵੱਡੀ ਕੋਈ ਖਾਸ ਜਿਹੜੀ ਪੰਜਾਬ ਦੇ ਵਿੱਚੋਂ ਗੱਲਬਾਤ ਹੋਈ ਵੀ ਨਹੀਂ ਕਿ ਕੋਈ ਜ਼ਿਆਦਾ ਵੱਡਾ ਮਸਲਾ ਹੋ ਗਿਆ ਹੋਵੇ, ਕਿਤੇ ਕੋਈ ਅਟੈਕ ਹੋਇਆ ਹੋਵੇ ਜਾਂ ਕੁਛ ਹੋਇਆ ਹੋਵੇ। ਨੋਰਮਲ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਚੱਲ ਰਹੇ ਨੇ। ਹਾਂ, ਕਾਂਗਰਸ ਹਾਰੀ ਜ਼ਰੂਰ ਹੈ, ਪਰ ਜਿਹੜੇ ਸਰਕਾਰੀ ਗੱਡੀਆਂ ਨੇ ਉਹ ਤਾਂ ਮੋੜਨੀਆਂ ਸੀਗੀਆਂ। ਨਾਲ ਹੀ ਨਾਲ ਜਦੋਂ ਮੋੜਨ ਦੀ ਗੱਲ ਆ ਜਾਂਦੀ ਹੈ, ਪੰਜਾਬ ਦੀ ਆਮ ਆਦਮੀ ਪਾਰਟੀ ਨੇ ਬੜੇ ਵਾਅਦੇ ਕੀਤੇ ਸੀ, ਉਹਨਾਂ ਨੇ ਵੀ ਉਹਨਾਂ ਦਾ ਮੁੱਲ ਹਜੇ ਮੋੜਨਾ। ਉਹਨਾਂ ਨੇ ਇੱਕ ਵਾਅਦਾ ਸਭ ਤੋਂ ਵੱਡਾ ਕੀਤਾ ਸੀ ਕਿ ਬਿਜਲੀ ਅਸੀਂ 600 ਯੂਨਿਟ ਹੈ ਜਿਹੜੀ 300 ਯੂਨਿਟ ਪਰ ਮਹੀਨੇ ਆ ਉਹ ਫ੍ਰੀ ਦੇਵਾਂਗੇ। ਇਹਦੇ ਨਾਲ ਜਦੋਂ ਦਾ ਐਲਾਨ ਹੋਇਆ ਉਦੋਂ ਦੇ ਕੱਟ ਲੱਗ ਬੁਰੇ ਹਾਲ ਤੇ ਬਣ ਕੇ ਦਿਹਾੜੇ ਲੋਕਾਂ ਦਾ ਬੜਾ ਬੇੜਾ ਗਰਕ ਹੋਇਆ ਪਿਆ। ਪਿੰਡਾਂ ਦੇ ਵਿੱਚ 12-12 14-14 ਘੰਟੇ ਦੇ ਕੱਟ ਨੇ ਕਹਿੰਦੇ ਲੱਗ ਰਹੇ ਨੇ। ਹੁਣ ਇਹਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਟਵੀਟ ਕਰਿਆ, ਸੁਖਪਾਲ ਖਹਿਰਾ ਉਹਨਾਂ ਨੇ ਵੀ ਆਪਣੀ ਗੱਲ ਰੱਖੀ, ਉਧਰੋਂ ਕਾਂਗਰਸ ਨੇ ਵੀ ਆਪਣੀਆਂ ਗੱਲਾਂ ਵੱਖ-ਵੱਖ ਜਿਹੜੇ ਬੁਲਾਰਿਆਂ ਦੇ ਰਾਹੀਂ ਉਹ ਰੱਖੀਆਂ ਕਿ ਜੀ ਇਹਨਾਂ ਨੇ ਬਦਲਾਅ ਤਾਂ ਕੀ ਲਿਆਉਣਾ ਸੀਗਾ ਕਿ ਇਹ ਜਿਹੜਾ ਬਦਲਾਅ ਉਹ ਇਸ ਤਰ੍ਹਾਂ ਦਾ ਆ ਰਿਹਾ ਕਿ ਸਵੇਰੇ ਬਿਜਲੀ ਨਹੀਂ ਆਉਂਦੀ, ਰਾਤ ਨੂੰ ਬਿਜਲੀ ਨਹੀਂ ਆਉਂਦੀ। ਇਸ ਤਰ੍ਹਾਂ ਨਾਲ ਤਾਂ ਕਹਿੰਦੇ 600 ਯੂਨਿਟ ਵੀ ਜਿਹੜੇ ਉਹ ਕਿਸੇ ਦੇ ਵੀ ਨਹੀਂ ਵਧਣੇ, ਕਿਉਂਕਿ ਜਦੋਂ ਬਿਜਲੀ ਆਣੀ ਨਹੀਂ ਤਾਂ ਮਿਲ ਕੀ ਆਉਣਾ। ਤੇ ਹੁਣ ਇਹਦੇ ਉੱਤੇ ਜਿਹੜੇ ਹਰਭਜਨ ਸਿੰਘ ਗੀਟੀਆ ਹੋਣੀ ਨੇ, ਸਾਡੇ ਬਿਜਲੀ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਵੀਡੀਓ ਇੱਕ ਜਾਰੀ ਕਰਕੇ ਕਿਹਾ, ਕਹਿੰਦੇ ਥਰਮਲ ਪਲਾਂਟ ਨੇ ਜਿਹੜੇ 2 ਅਸੀਂ ਮੇਨਟੇਨੈਂਸ ਕਰਕੇ ਰੁਕੇ ਹੋਏ ਸੀਗੇ, ਮੁਰੰਮਤ ਉਹਨਾਂ ਦੀ ਚੱਲਦੀ ਸੀ, ਕਹਿੰਦੇ ਉਹ ਅਸੀਂ ਹੁਣ ਦੁਬਾਰਾ ਚਲਾ ਦਿੱਤੇ ਨੇ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦੀ ਜਿਹੜੀ ਖਪਤ ਹੈ ਉਹ ਜਦੋਂ ਵਧਣੀ ਹੈ, ਨਾਲ ਹੀ ਨਾਲ ਇਹਦੀ ਅਸੀਂ ਜਿਹੜੀ ਪੈਦਾਵਾਰ ਹੈ ਉਹ ਵੀ ਵਧਾ ਦੇਣੀ। ਦੇਖੋ, ਬਿਜਲੀ ਵਾਲਾ ਇੱਕ ਵੱਡਾ ਸਮੱਸਿਆ, ਵੱਡਾ ਸੰਕਟ ਹੈ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਵਿੱਚ ਖੜਾ ਹੋਇਆ ਹੋਇਆ, ਕਿਉਂਕਿ
ਬਿਜਲੀ ਤੋਂ ਬਿਨਾ ਇਸ ਵੇਲੇ ਹਾਹਾਕਾਰ ਮਚੀ ਹੋਈ ਆ। ਇਨਵਰਟਰ ਨੇ ਲੋਕਾਂ ਕੋਲੇ, ਬਹੁਤ ਸਾਰੇ ਲੋਕਾਂ ਕੋਲੇ, ਇਸ ਕਰਕੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੋਣਾ ਵੀ ਬਿਜਲੀ ਕਦੋਂ ਆਈ ਤੇ ਕਦੋਂ ਚਲੇਗੀ। ਜਿਹੜੇ ਕਿ ਜਿਨ੍ਹਾਂ ਨੂੰ ਏਸੀ ਦੀ ਆਦਤ ਹੈ ਉਹ ਜ਼ਰੂਰ ਇਸ ਗੱਲ ਨੂੰ ਤੜਫਦੇ ਹੁੰਦੇ ਵੀ ਹਾਂ ਵੀ ਬਿਜਲੀ ਨਹੀਂ ਹੈ। ਪਰ ਜਿਨ੍ਹਾਂ ਘਰਾਂ ਦੇ ਵਿੱਚ ਇਸ ਵੇਲੇ ਕੂਲਰ ਵੀ ਨਹੀਂ ਹੈਗੇ, ਪੱਖੇ ਵੀ ਨਹੀਂ ਹੈਗੇ, ਤੇ ਉਹਨਾਂ ਨੂੰ ਪੱਖੇ ਹੈਗੇ ਨੇ, ਕੂਲਰ ਨਹੀਂ ਹੈਗੇ, ਤਾਂ ਉਹਨਾਂ ਲਈ ਜਿਹੜੀ ਇਹ ਚੀਜ਼ ਬੜੀ ਉਹਨਾਂ ਨੂੰ ਖਟਕ ਰਹੀ ਹੈ ਤੇ ਉਹਨਾਂ ਨੂੰ ਬਹੁਤ ਤੰਗ ਕਰ ਰਹੀ ਹੈ। ਸੋ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਹੋਣੀ ਕਹਿੰਦੇ ਨੇ ਵੀ ਇਸ ਵੇਲੇ 7,000 ਕਿ 8,000 ਜਿਹੜੀ ਮੈਗਾਵਾਟ ਬਿਜਲੀ ਦੀ ਮੰਗ ਹੈਗੀ ਆ ਉਹ ਵੀ ਪੂਰੀ ਨਹੀਂ ਹੋ ਰਹੀ, ਤੇ ਜਦੋਂ 17,000 ਮੈਗਾਵਾਟ ਦੀ ਮੰਗ ਹੋਏਗੀ ਉਦੋਂ ਕਿਵੇਂ ਪੂਰੀ ਹੋਏਗੀ। ਬਿਜਲੀ ਦਾ ਸੰਕਟ ਹੈਗਾ, ਜਦ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ, ਉਹ ਬਿਜਲੀ ਮੰਤਰੀ ਵੀ ਜਿਹੜੇ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਇਸ ਵੇਲੇ ਥਰਮਲ ਪਲਾਂਟਾਂ ਦੀ ਜਿਹੜੀ ਮੇਨਟੇਨੈਂਸ ਸੀਗੀ ਉਹ ਚੱਲ ਰਹੀ ਹੈ ਤੇ ਉਹਦੇ ਕਰਕੇ ਰੋਕਿਆ। ਚਲੋ ਕੋਈ ਗੱਲ ਨਹੀਂ, ਕਹਿੰਦਾ ਨਾਈਆ ਕਿੰਨੇ ਕੁ ਬਾਲ ਕਹਿੰਦਾ ਮੁੰਨ ਕੇ ਸਾਹਮਣੇ ਧਰ ਦਾਂਗੇ। ਨਾਈ ਕਹਿੰਦਾ ਵੀ ਕੋਈ ਗੱਲ ਨਹੀਂ, ਹੁਣੇ ਸਾਹਮਣੇ ਆ ਜਾਏਗਾ, ਪਰ ਆ 2-3 ਦਿਨ ਬਾਅਦ ਵੀ ਪਤਾ ਲੱਗ ਜਾਏਗਾ। ਮੇਨਟੇਨੈਂਸ ਤੋਂ ਬਾਅਦ ਵੀ ਤਾਂ ਕਿਹੜਾ ਨਹੀਂ ਅੱਗੇ ਬਿਜਲੀ ਦਾ ਸੰਕਟ ਆਉਣਾ। ਤੇ ਜੇ ਵਾਕਈ ਹੀ ਮੇਨਟੇਨੈਂਸ ਕਰਕੇ ਹੋ ਰਿਹਾ ਤਾਂ ਫਿਰ ਉਹਨੂੰ ਆਪਾਂ ਮੰਨ ਲਾਂਗੇ ਵੀ ਇਹ ਵਿਰੋਧੀ ਧਿਰਾਂ ਦਾ ਜਿਹੜਾ ਰੌਲਾ ਪਾਉਣ ਦਾ ਤਰੀਕਾ ਹੈ, ਆਪਣੇ ਆਪ ਦੇ ਵਿੱਚ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਤੇ ਜੇ ਇਹਦੇ ਵਿੱਚ ਵਾਕਈ ਬਿਜਲੀ ਦਾ ਸੰਕਟ ਹੈਗਾ ਤੇ ਫਿਰ ਲੋਕਾਂ ਨੇ ਇਹਨਾਂ ਨੂੰ ਜਿਹੜਾ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਅੱਗੇ ਨਾ ਸਿਰਫ ਬਿਜਲੀ ਦੀ ਮੰਗ ਜਿਹੜੀ ਆ ਉਹ ਗਰਮੀ ਕਾਰਨ ਵਧਣੀ ਹੈਗੀ ਆ, ਬਲਕਿ ਅੱਗੇ ਜਿਹੜਾ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ, ਤੇ ਉੱਥੇ ਜਦੋਂ ਟਿਊਬਵੈੱਲ ਚੱਲਣੇ ਨੇ ਪੂਰੇ ਪੰਜਾਬ ਦੇ ਵਿੱਚ, ਤੇ ਫਿਰ ਕੱਟ ਜਦੋਂ ਲੱਗਣੇ ਤੇ ਉਹ ਫਿਰ ਬਰਦਾਸ਼ਤ ਨਹੀਂ ਹੋਣੇ। ਕਿਉਂਕਿ ਬਿਜਲੀ ਨਾ ਹੋਣ ਕਾਰਨ ਜਿਹੜਾ ਇਸ ਵੇਲੇ ਪੈਟਰੋਲ ਤੇ ਡੀਜ਼ਲ ਦੇ ਰੇਟ ਵੀ ਜਿਹੜੇ ਨੇ ਉਹ ਕਾਫੀ ਵੱਧ ਚੁੱਕੇ ਨੇ। ਜਿਹੜੇ ਐਂ ਵੀ ਨਹੀਂ ਹੋ ਸਕਦਾ ਵੀ ਡੀਜ਼ਲ ਦੇ ਨਾਲ ਜਿਹੜੀਆਂ ਉਹ ਫਸਲਾਂ ਨੂੰ ਟਿਊਬਵੈੱਲ ਚਲਾ ਕੇ ਉਹ ਆਪਣੇ ਪਾਣੀ ਦੇ ਲੈਣਗੇ ਫਸਲਾਂ ਨੂੰ, ਤੇ ਐਂ ਵੀ ਨਹੀਂ ਹੋ ਸਕਦਾ ਕਿ ਬਿਨਾਂ ਬਿਜਲੀ ਨਾਲ ਦੇ ਲੈਣਗੇ, ਕਿਉਂਕਿ ਬਿਜਲੀ ਆਉਣੀ ਨਹੀਂ ਹੈਗੀ। ਇਹ ਆਪਣੇ ਆਪ ਦੇ ਵਿੱਚ ਵੱਡਾ ਸੰਕਟ ਹੋਣਾ, ਤੇ ਜਦੋਂ ਸੰਕਟ ਆਏਗਾ ਤੇ ਫਿਰ ਉਹਦਾ ਕਿਸਾਨ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਵਿੱਚ ਬੈਠ ਕੇ ਦਿੱਲੀ ਸਰਕਾਰ ਦੀ ਨੱਕ 'ਚ ਦਮ ਕਰ ਸਕਦੇ ਨੇ। ਪੰਜਾਬ ਸਰਕਾਰ ਤਾਂ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗੀ। ਇਹ ਬਹੁਤ ਵੱਡਾ ਸੰਕਟ ਖੜਾ ਹੋ ਜਾਏਗਾ ਜੇ ਬਿਜਲੀ ਇਹਨਾਂ ਨੂੰ, ਕਿਸਾਨਾਂ ਨੂੰ ਉਹਨਾਂ ਨੇ ਸਮੇਂ ਸਿਰ ਨਾ ਦਿੱਤੀ। ਪਰ ਮੈਨੂੰ ਲੱਗਦਾ ਕਿ ਭਗਵੰਤ ਮਾਨ ਹੋਣੀ ਇਸ ਸਾਰੇ ਮਸਲੇ ਤੋਂ ਜਾਣੂ ਨੇ ਤੇ ਉਹ ਜ਼ਰੂਰ ਕੁਛ ਨਾ ਕੁਛ ਇਸ ਦਾ ਹੱਲ ਕੱਢਣਗੇ। ਤੇ ਹਲੇ 1.5 ਮਹੀਨਾ ਹੀ ਹੋਇਆ, ਆਪਾਂ ਨੂੰ ਥੋੜ੍ਹਾ ਜਿਹਾ ਵਿਸ਼ਵਾਸ ਕਰਕੇ ਚੱਲਣਾ ਪੈਣਾ। ਜੇ ਪਹਿਲੀ ਵਾਰ ਦੇ ਵਿੱਚ ਬਿਜਲੀ ਦੇ ਸੰਕਟ ਦੇ ਵਿੱਚ ਫੇਲ ਹੋ ਗਏ ਫਿਰ ਲੋਕਾਂ ਦਾ ਵਿਸ਼ਵਾਸ ਟੁੱਟ ਜਾਣਾ ਹੈ ਜੀ। ਚਲੋ ਲੋਕਾਂ ਦਾ ਵਿਸ਼ਵਾਸ ਵੀ ਬਣਿਆ ਰਹੇ ਤੇ ਸਰਕਾਰ ਹੈ ਜਿਹੜੀ ਆਉਣ ਵਾਲੀ ਵਧੀਆ ਕੰਮ ਕਰੇ, ਕਿਉਂਕਿ ਹਜੇ ਹੁਣੀ ਤਾਂ ਚੋਣਾਂ ਹੋਣੀਆਂ ਨਹੀਂ, 4.5 ਮਹੀਨੇ ਹਜੇ 4.5 ਸਾਲ ਮਾਫ ਕਰਨਾ ਹਜੇ ਪਏ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤਾਂ ਕਾਮਨਾ ਹੀ ਕਰ ਸਕਦੇ ਹਾਂ ਕਿ ਸਰਕਾਰ ਕੋਈ ਵਧੀਆ ਕੰਮ ਕਰੇ ਤੇ ਆਪਣਾ ਜੀ ਜਾਣ ਦਾ ਸਮਾਂ ਹੋ ਗਿਆ। ਬਹੁਤ ਸ਼ੁਕਰੀਆ ਕੁਲਵੰਤ ਜੀ, ਤੁਸੀਂ ਵਧੀਆ ਵਿਸ਼ਲੇਸ਼ਣ ਪੂਰਾ ਸਾਡੇ ਦਰਸ਼ਕਾਂ ਦੇ ਲਈ ਦਿੱਤਾ। ਬਹੁਤ ਧੰਨਵਾਦ ਜੀ। ਸੋ ਦੋਸਤੋ, ਇਹ ਸੀ ਸਾਡਾ ਜੀ ਸ਼ਾਮ ਦਾ ਸ਼ੋਅ। ਕਿਵੇਂ ਲੱਗਿਆ ਤੁਹਾਨੂੰ ਤੇ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ 'ਚ ਜ਼ਰੂਰ ਦੱਸਿਓ। ਜੇ ਤੁਸੀਂ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰ ਸਕਦੇ ਹੋ। ਜੇ ਕੋਈ ਤੁਹਾਡਾ ਸਵਾਲ ਹੈ ਤਾਂ ਤੁਸੀਂ ਉੱਥੇ ਪੁੱਛ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਿਸੇ ਖਾਸ ਵਿਸ਼ੇ ਦੇ ਉੱਤੇ ਵੀਡੀਓ ਬਣਾਈਏ ਤਾਂ ਉਹ ਵੀ ਤੁਸੀਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਤੇ ਲਾਈਕ ਕਰ ਦਿਓ ਵੀਡੀਓ ਨੂੰ ਜੇ ਚੰਗੀ ਲੱਗੀ ਹੋਵੇ, ਅੱਗੇ ਸ਼ੇਅਰ ਕਰ ਦਿਓ ਵਧੀਆ ਜਾਣਕਾਰੀ ਲੱਗੀ ਹੋਵੇ ਤਾਂ। ਤੁਸੀਂ ਚਾਹੁੰਦੇ ਹੋ ਕਿ ਕਿਸੇ ਵਿਅਕਤੀ ਨੂੰ, ਕਿਸੇ ਸੱਜਣ ਨੂੰ, ਕਿਸੇ ਮਿੱਤਰ ਨੂੰ ਜਾਣਕਾਰੀ ਇਹ ਮਿਲਣੀ ਚਾਹੀਦੀ ਹੈ ਤਾਂ ਉਹਨਾਂ ਨਾਲ ਜ਼ਰੂਰ ਸਾਂਝੀ ਕਰੋ। ਨਾਲ ਹੀ ਨਾਲ ਸਬਸਕ੍ਰਾਈਬ ਕਰ ਲਿਓ ਆਵਾਜ਼ ਪੰਜਾਬ 'ਚ। ਕੱਲ੍ਹ ਫੇਰ ਤੁਹਾਨੂੰ ਮਿਲਦੇ ਹਾਂ ਇਸੇ ਜਿਹੇ ਟਾਈਮ। ਬਹੁਤ ਧੰਨਵਾਦ।